ਉਦੋਂ ਸਾਡਾ ਘਰ ਜਿਹੜਾ ਸੀ ਉਹ ਬਿਲਕੁਲ ਐਂਡ 'ਤੇ ਸੀਗਾ। ਸਾਡੇ ਦੋ ਪਾਸੇ ਬਿਲਕੁਲ ਖੇਤ ਹੀ ਲੱਗਦੇ ਸੀਗੇ। ਰਾਤ ਨੂੰ ਅਸੀਂ ਆਪਣੇ ਸਰਾਣੇ ਕਿਰਪਾਨ ਰੱਖ ਕੇ ਸੌਂਦੇ ਸੀ ਵੀ ਜੇ ਕੋਈ ਪ੍ਰੋਬਲਮ ਹੋਵੇ ਤਾਂ ਐਟਲੀਸਟ ਯੂ ਕੈਨ, ਦੂਜੇ ਨੂੰ ਤਾਂ ਮਾਰਨਾ ਬਾਅਦ ਦੀ ਗੱਲ ਹੈ, ਆਪਣੇ ਆਪ ਨੂੰ ਤਾਂ ਤੁਸੀਂ ਮਾਰ ਸਕਦੇ ਹੋ ਨਾ। ਸੋ ਉਹਨਾਂ ਦਿਨਾਂ 'ਚ ਦਹਿਸ਼ਤ ਬੜੀ ਸੀਗੀ। ਜਿਹੜੇ ਗਹਿਣੇ ਸੀ ਨਾ ਸਾਰੇ, ਉਹਨਾਂ ਨੂੰ ਇੱਕ ਸੰਦੂਕੜੀ 'ਚ ਪਾ ਕੇ, ਉਹਨਾਂ ਦੇ ਘਰ ਦੇ ਵਿੱਚ ਖੂਹ ਸੀ, ਉਹਨਾਂ ਦਿਨਾਂ 'ਚ ਆਮ ਘਰਾਂ ਦੇ ਵਿੱਚ ਖੂਹ ਦੇ ਵਿੱਚ ਸੁੱਟ ਦਿੱਤੀ। ਉਹ ਜਿਹੜਾ ਗਲਾਸ ਤੇ ਗੜਵੀ ਭੂਆ ਜੀ ਨੇ ਆਪਣੇ ਭਾਂਜੇ ਨੂੰ ਦਿੱਤੀ ਸੀ, ਉਹਨੇ ਦੀਵਾਰ ਦੇ ਉੱਤੇ ਰੱਖੀ ਔਰ ਘਬਰਾਹਟ ਵਿੱਚ ਉਹ ਵੀ ਉੱਥੇ ਛੱਡ ਆਇਆ। ਰਾਹ ਦੇ ਵਿੱਚ ਮੀਂਹ ਵਰਿਆ। ਫਿਰ ਵੈਰੋਵਾਲ ਦਾ ਪਿੰਡ ਜਿਹੜਾ ਕਿ ਬਿਲਕੁਲ ਹੱਦ 'ਤੇ ਪੈਂਦਾ ਹੈਗਾ ਹੈ, ਉੱਥੋਂ ਹੱਦ ਟੱਪ ਕੇ ਕੋਲੀ ਗੁਰਦੁਆਰਾ, ਉੱਥੇ ਆ ਕੇ ਅਟਕੇ। ਐਂਡ ਦੇਅਰ ਸ਼ੀ ਡਿਲੀਵਰਡ ਹਰ ਚਾਈਲਡ। ਫਿਰ ਉਹਨੇ ਨਾ ਮੈਨੂੰ ਘਰ ਸਾਰਾ ਖਿੱਦਾ ਹੈ, ਆ ਤੇਰੇ ਵੱਡੇ ਮਾਮੇ ਦਾ ਘਰ ਸੀਗਾ, ਔਰ ਤੇਰੇ ਮੇਰੇ ਸੈਕਿੰਡ ਮਾਮਾ ਜੀ ਨੇ ਡਬਲ ਸਟੋਰੀ ਬਣਾਇਆ ਹੋਇਆ ਸੀ, ਔਰ ਦੇਖੋ ਉਹਦਾ ਚੁਬਾਰਾ ਅਸਰਬਨ ਬਾਹਰ ਲਿਜਾ ਕੇ। ਅਤੇ ਜਿਹੜੀਆਂ ਔਰਤਾਂ ਪਿੱਛੇ ਘਰ 'ਚ ਤਾਂ ਉਹਨਾਂ 'ਚ ਇੱਕ ਔਰਤ ਕਹਿੰਦੀ, ਜਿਹੜਾ ਮੈਨੂੰ ਬੜਾ ਹੀ ਟੱਚਿੰਗ ਲੱਗਾ, ਕਹਿੰਦੀ ਹਾਏ ਕਦੇ ਅਸੀਂ ਵੀ ਆਪਣੇ ਘਰ ਜਾ ਕੇ ਇਸ ਤਰ੍ਹਾਂ ਦੇਖਾਂਗੇ। ਮੈਂ ਫਿਰ ਮਗਰੋਂ ਉਹਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ? ਕਹਿਣ ਲੱਗੀ ਅਸੀਂ ਜਨਾਲੇ ਤਹਿਸੀਲ 'ਚੋਂ ਆਏ ਹਾਂ। ਸੋ ਇਹ ਨਹੀਂ ਕਿ ਵੀ ਸਾਨੂੰ ਹੀ ਦੁੱਖ ਹੈਗਾ, ਜਿਹਨੇ ਵੀ ਘਰ ਛੱਡਿਆ ਉਹਨਾਂ ਸਾਰਿਆਂ ਨੂੰ ਦੁੱਖ ਹੈ। I mean, these are so touching things. We felt so emotionally disturbed on listening to these type of things, जिथे भी सानू कोई मिले। मेरा आप हिंदुस्तान वापस जाएंगे ना तो मेरा एक काम करना। मैंने कहा क्या? कहता मैं तो पढ़ा हुआ नहीं हूँ, आप इंदिरा गांधी को मेरी तरफ से चिट्ठी लिख देना। मैंने कहा क्या लिखना है? कहता उसे कहिए जिया और ये आपस में लड़ना बंद करें, हम लोगों को मिलने दें। सड़कां बड़ियां सोहणियां सी। लाहौर नूं देख के ये महसूस जरूर होया कि जिहड़ा पहलां लोकी कहंदे सी कि जिन्हें लाहौर नहीं देखिया जम्मिया नहीं। दैट्स वेरी राइट फॉर दोज टाइम्स। देखो जिहड़ी गल हैगी आ कि ये जो पार्टीशन दे वेले होया, जिन्हां ने ਉਹਨੂੰ ਭੁਗਤਿਆ ਉਸ ਵੇਲੇ, ਉਹ ਉਸ ਨੂੰ ਭੁੱਲ ਨਹੀਂ ਸਕਦੇ। ਪਰ ਘਰ ਤੇ ਜਿਹੜੇ ਬਸਦੇ ਘਰ ਸੀ, ਪਿੰਡਾਂ ਦੇ ਘਰ ਸੀ, ਕਿ ਉਹ ਪਿੰਡਾਂ ਦੇ ਮਾਲਕ ਸੀ, ਉਹ ਇੱਥੇ ਆ ਕੇ ਥੋੜ੍ਹੀਆਂ ਥੋੜ੍ਹੀਆਂ ਜ਼ਮੀਨਾਂ 'ਤੇ, ਔਰ ਫਿਰ ਤੁਹਾਨੂੰ ਪਤਾ 2-2 ਸਾਲ ਲੋਕਾਂ ਨੂੰ ਲੱਗੇ ਅਲੋਟਮੈਂਟਸ ਹੋਣ ਦੇ ਵਿੱਚ। देखो जी 1947 ਦੇ ਵਿੱਚ ਮੈਂ 11ਵੀਂ 'ਚ ਪੜ੍ਹਦੀ ਸੀ। ਫਿਰ ਵਿੱਚ ਜਦੋਂ ਦੰਗਿਆਂ ਦੇ ਵਿੱਚ ਕਦੇ ਕਾਲਜ ਬੰਦ ਹੋ ਜਾਂਦੇ ਸੀ। ਮੈਨੂੰ ਕੁਛ ਚੀਜ਼ਾਂ ਅਜੇ ਤੱਕ ਬੜੀ ਅੱਛੀ ਤਰ੍ਹਾਂ ਯਾਦ ਹੈ ਕਿ ਫॉर ਸਮ ਪੀਰੀਅਡ ਮੇਰੇ ਅਸੀਂ ਗੋਪਾਲ ਨਗਰ ਅੰਮ੍ਰਿਤਸਰ 'ਚ ਹੁੰਦੇ ਸੀ ਕਿ ਮਜੀਠਾ ਰੋਡ 'ਤੇ ਆਫ ਇੱਕ ਕਾਲੋਨੀ, ਹੁਣ ਤਾਂ ਬਹੁਤ ਵੱਡੀ ਕਾਲੋਨੀ ਹੈ। ਉਦੋਂ ਸਾਡਾ ਘਰ ਜਿਹੜਾ ਸੀ ਉਹ ਬਿਲਕੁਲ ਐਂਡ 'ਤੇ ਸੀਗਾ। ਸਾਡੇ ਦੋ ਪਾਸੇ ਬਿਲਕੁਲ ਖੇਤ ਹੀ ਲੱਗਦੇ ਸੀਗੇ। ਉਹਨਾਂ ਦਿਨਾਂ 'ਚ ਹੁੰਦਾ ਸੀ। ਦੇਖੋ ਅੱਜ ਕੱਲ੍ਹ ਤੁਸੀਂ ਕਿਤੇ ਵੀ ਘਰ ਨੂੰ ਬੰਦ ਕਰਕੇ ਵੀ ਸਾਰੇ ਨੂੰ ਜਾ ਕੇ ਯੂ ਫੀਲ ਅਨਸੇਫ ਹੈ। ਉਹਨਾਂ ਦਿਨਾਂ 'ਚ ਬਰਾਂਡਿਆਂ 'ਚ ਸਮਝਦਾ ਸੀ, ਸਾਰੇ ਘਰ ਦੇ ਦਰਵਾਜ਼ੇ ਖੁੱਲ੍ਹੇ ਹੁੰਦੇ ਸੀਗੇ ਹੈ। ਐਂਡ ਬਰਾਂਡਾ ਵਾਜ਼ ਵਨ ਆਫ ਦਾ ਕੰਪਲਸਰੀ ਥਿੰਗਸ। ਅਤੇ ਉਹ ਕੋਈ ਰਾਤ ਨੂੰ ਤਾਲੇ ਨਹੀਂ ਸੀ ਹੁੰਦੇ, ਕੋਈ ਬਾਹਰ ਦੀ ਉੱਚੀਆਂ ਕੰਧਾਂ ਨਹੀਂ ਸੀ ਹੁੰਦੀਆਂ, ਕੋਈ ਗੇਟ ਨਹੀਂ ਸੀ ਵੀ ਜਿਹਨੂੰ ਤਾਲਾ ਲਾ ਕੇ ਰਾਤ ਨੂੰ ਸੌਣਾ, ਨਥਿੰਗ ਲਾਈਕ ਦੈਟ। ਜਿੱਦਾਂ ਦਿਨਾਂ 'ਚ ਇਹ ਮੌਬਸ ਆਉਣੇ ਸ਼ੁਰੂ ਹੋਏ ਤਾਂ ਮੈਨੂੰ ਇੱਕ ਪਤਾ ਹੈ ਕਿ ਸਾਨੂੰ ਘਰ ਦੇ ਵਿੱਚ ਰਾਤ ਨੂੰ ਡਿਊਟੀ ਦੇਣੀ ਪੈਂਦੀ ਸੀ ਕਿ ਨਜ਼ਰ ਰੱਖੋ ਕਿ ਕਿਤੇ ਉਹ ਦੂਰੋਂ ਕੋਈ ਮੌਬ 'ਤੇ ਨਹੀਂ ਆ ਰਿਹਾ। ਅਤੇ ਇੱਕ ਦਿਨ ਮੇਰੀ ਡਿਊਟੀ ਸੀਗੀ ਅਤੇ ਉਹ ਸੀਗਾ ਵੀ ਸਾਰੇ ਕੋਠੇ ਦੇ ਉੱਤੇ, ਉੱਪਰ, ਹੇਠਾਂ ਸਭ ਪਾਸੇ ਨਜ਼ਰ ਮਾਰਨੀ ਆ
ਤੇ ਮੇਰੇ ਫੁੱਫੜ ਜੀ ਆਏ ਹੋਏ ਸੀ, ਉਹਨਾਂ ਦੀ ਬੰਦੂਕ ਸੀਗੀ, ਉਹ ਬੰਦੂਕ ਫੜ ਕੇ ਨਾਲ, ਤੇ ਮੈਂ ਸਾਹਮਣੇ ਦੇਖਿਆ ਕਿ ਸ਼ਰੀਫਪੁਰਾ ਇੱਕ ਆਬਾਦੀ ਸੀ ਮੁਸਲਮਾਨਾਂ ਦੀ, ਦੂਰ ਸਾਤੋਂ ਕਾਫੀ ਦੂਰ ਉਸ ਪਾਸੇ ਵੱਲ ਅੰਮ੍ਰਿਤਸਰ ਦੇ ਉਧਰਲੇ ਪਾਸੇ ਵੱਲੋਂ ਕੋਈ ਲਾਈਟ ਹਿੱਲ ਰਹੀ ਹੈ। ਮੈਂ ਦੇਖਦੀ ਰਹੀ। ਮੈਂ ਉਦੋਂ ਸਾਡੇ 17ਵੇਂ ਸਾਲ 'ਚ ਸੀ। ਮੈਂ ਦੇਖਦੀ ਰਹੀ ਅਤੇ ਬਾਅਦ ਦੇ ਵਿੱਚ ਮੈਨੂੰ ਇੰਝ ਲੱਗਾ ਕਿ ਜੀ ਉਹ ਲਾਈਟ ਹਿੱਲ ਰਹੀ ਹੈ ਅਤੇ ਇਹਦਾ ਮਤਲਬ ਕਿ ਉਹ ਮੌਬ ਆ ਰਿਹਾ ਹੈ। ਮੈਂ ਜਾ ਕੇ ਫੁੱਫੜ ਜੀ ਨੂੰ ਜਗਾ ਦਿੱਤਾ, ਫੁੱਫੜ ਜੀ ਨੇ ਸਾਰਿਆਂ ਨੂੰ ਹੋਰਨਾਂ ਨੂੰ ਜਗਾ ਦਿੱਤਾ ਕਿ ਜੀ ਮੌਬ ਆ ਰਿਹਾ ਹੈ। ਦੈਨ ਸਵੇਰੇ ਸਾਨੂੰ ਪਤਾ ਲੱਗਾ ਕਿ ਉੱਥੇ ਕਿਸੇ ਨੇ ਬੈਲ ਗੱਡੀ ਖੜੀ ਕੀਤੀ ਹੋਈ ਸੀ, ਔਰ ਬੈਲ ਗੱਡੀ ਦੇ ਨਾਲ ਉਹ ਲਾਲਟਨ ਸੀਗੀ, ਅਤੇ ਉਹ ਲਾਲਟਨ ਹਿਲਦੀ ਸੀ ਹਵਾ ਦੇ ਨਾਲ, ਅਤੇ ਮੈਂ ਸੋਚਿਆ ਕਿ ਜੀ ਉਹ ਮੂਵਮੈਂਟ ਹੈਗੀ ਹੈ। ਸੋ ਉਹਨਾਂ ਦਿਨਾਂ 'ਚ ਦਹਿਸ਼ਤ ਬੜੀ ਸੀਗੀ। ਅਸੀਂ ਜਦੋਂ ਕਾਲਜ ਦੇ ਹੋਸਟਲ ਦੇ ਵਿੱਚ ਸੀਗੇ, ਜਿਨ੍ਹਾਂ ਦਿਨਾਂ ਦੇ ਵਿੱਚ 47 ਦੇ ਆਪਣੇ ਅਰਾਊਂਡ ਹੋਲੀ ਦੇ ਦਿਨਾਂ 'ਚ ਜਿਹੜੇ ਹੁੰਦੇ ਆ, ਤਾਂ ਉਦੋਂ ਅਸੀਂ 11ਵੀਂ ਪਾਸ ਕਰਕੇ 12ਵੀਂ 'ਚ ਚੜ੍ਹ ਚੁੱਕੀਆਂ ਸੀ। ਅਤੇ ਇਹੀ ਪ੍ਰੋਬਲਮ ਸਾਡਾ ਜਿਹੜਾ ਹੋਸਟਲ ਸੀਗਾ, ਔਰ ਸਾਡੇ ਜਿਹੜਾ ਕਾਲਜ ਸੀ ਉਹਦੇ ਆਲੇ ਦੁਆਲੇ ਉਹਨਾਂ ਦਿਨਾਂ 'ਚ ਗਵਰਨਮੈਂਟ ਕਾਲਜ ਫॉर ਵੂਮੈਨ ਕੋਈ ਕੰਧਾਂ ਨਹੀਂ ਸੀ ਹੁੰਦੀ, ਜਾਂ ਸਿਰਫ ਹੈਜ ਹੁੰਦੀ ਸੀ। ਔਰ ਅਸੀਂ ਬਾਹਰ ਸੌਂਦੇ ਹੁੰਦੇ ਸੀਗੇ, ਕੋਈ ਇਸ ਚੀਜ਼ ਦਾ ਡਰ ਖਤਰਾ ਨਹੀਂ ਸੀ ਕਿ ਵੀ ਰਾਤ ਨੂੰ ਤੁਸੀਂ ਬਾਹਰ ਸੁੱਤੇ ਹੋਏ ਹੋ ਅਤੇ ਕੋਈ। ਅਤੇ ਉਹ ਜਦੋਂ ਦੰਗੇ ਹੋਣੇ ਸ਼ੁਰੂ ਆਏ ਅਤੇ ਇਹੋ ਜਿਹੀਆਂ ਖਬਰਾਂ ਕਿ ਬਈ ਇੱਕ ਦੂਜੇ ਨੂੰ ਅਟੈਕ ਕਰਦੇ ਨੇ, ਤੁਹਾਡਾ ਯੂ ਆਰ ਨਾਟ ਸੇਫ, ਆਪਣਾ ਅਸਲਟ ਕਰਦੇ ਨੇ। ਅਸੀਂ ਜਿਹੜੀਆਂ ਸਿੱਖ ਕੁੜੀਆਂ ਸੀ, ਅਸੀਂ ਦਰਬਾਰ ਸਾਹਿਬ ਗਈਆਂ। ਅਸੀਂ ਉੱਥੋਂ ਜਾ ਕੇ ਜਿਹੜੀ ਉਹ ਛੋਟੀ ਕਿਰਪਾਨ ਹੁੰਦੀ ਹੈ ਨਾ, ਉਹ ਅਸੀਂ ਕਿਰਪਾਨਾਂ ਖਰੀਦ ਕੇ ਲਿਆਂਦੀਆਂ, ਔਰ ਰਾਤ ਨੂੰ ਅਸੀਂ ਆਪਣੇ ਸਰਾਣੇ ਕਿਰਪਾਨ ਰੱਖ ਕੇ ਸੌਂਦੇ ਸੀ ਵੀ ਜੇ ਕੋਈ ਪ੍ਰੋਬਲਮ ਹੋਵੇ ਤਾਂ ਐਟਲੀਸਟ ਯੂ ਕੈਨ, ਦੂਜੇ ਨੂੰ ਤਾਂ ਮਾਰਨਾ ਬਾਅਦ ਦੀ ਗੱਲ ਹੈ, ਆਪਣੇ ਆਪ ਨੂੰ ਤਾਂ ਤੁਸੀਂ ਮਾਰ ਸਕਦੇ ਹੋ ਨਾ। ਉਦੋਂ ਇਹੀ ਚੀਜ਼ ਹੁੰਦੀ ਸੀਗੀ ਕਿ ਬਈ ਹਾਊ ਟੂ ਸੇਵ ਯੋਰ ਰਿਸਪੈਕਟ ਹੈ। ਫਿਰ ਉਹਦੇ ਬਾਅਦ ਸਾਡੇ ਕਾਲਜ ਬੰਦ ਹੋ ਗਏ ਜਦੋਂ ਹੋਇਆ ਨਾ, ਰੌਲੇ ਸ਼ੌਲੇ ਪਏ ਹੋਲੀ ਦੇ, ਅਤੇ ਉਹਦੇ ਬਾਅਦ ਸਾਰੇ ਕਾਲਜ ਸਕੂਲ ਬੰਦ ਹੋ ਗਏ ਸੀਗੇ। ਤਾਂ ਅਸੀਂ ਪਿੰਡ ਚਲੇ ਗਏ ਅਤੇ ਮੇਰੇ ਬ੍ਰਦਰ ਅੰਮ੍ਰਿਤਸਰ ਸੀਗੇ, ਸਾਡੇ ਸਾਰੇ ਰਿਸ਼ਤੇਦਾਰ ਅਸੀਂ ਇੱਧਰ ਸੀਗੇ, ਸਾਡਾ ਪਿੰਡ ਇੱਧਰ ਸੀ। ਸਾਡੇ ਜਿੰਨਾ ਰਿਸ਼ਤੇਦਾਰਾਂ ਦਾ ਪਿੰਡ, ਮੇਰੇ ਨਾਨਕਿਆਂ ਦਾ ਪਿੰਡ ਨੇੜੇ ਸੀ, ਪਰ ਉਹ ਆਪ ਉੱਧਰ ਸੀਗੇ। ਸੋ ਇਹ ਸਾਰੇ ਰਿਸ਼ਤੇਦਾਰ ਉੱਧਰ ਸੀਗੇ, ਅਤੇ ਮੇਰੇ ਬ੍ਰਦਰ ਨੇ ਰੋਜ਼ ਵੱਡਾ ਟਿਫਨ ਕੈਰੀਅਰ ਦੇ ਵਿੱਚ ਰੋਟੀਆਂ ਬਣਵਾ ਕੇ, ਦਾਲ ਸਬਜ਼ੀ ਬਣਵਾ ਕੇ ਲੈ ਕੇ ਜਾਣਾ ਸਟੇਸ਼ਨ 'ਤੇ, ਔਰ ਉੱਥੇ ਸਾਰਾ ਸਟੇਸ਼ਨ 'ਤੇ ਦੇਖਣਾ ਕਿ ਕੋਈ ਰਿਸ਼ਤੇਦਾਰ ਆਇਆ ਕਿ ਨਹੀਂ ਹੈ। ਅਤੇ ਜਦੋਂ ਕੋਈ ਨਾ ਮਿਲਣਾ ਤਾਂ ਫਿਰ ਉੱਥੇ ਜਿਹੜੇ ਆਏ ਉਹਨਾਂ ਨੂੰ ਰੋਟੀ ਦੇ ਕੇ ਆ ਜਾਣਾ। ਅਤੇ ਪਿੰਡ ਦੇ ਵਿੱਚ ਤੁਸੀਂ ਨੌਸ਼ਹਿਰਾ ਪਠਾਣਾ ਦਾ ਨਾਂ ਸੁਣਿਆ ਹੋਏਗਾ। ਮੇਰੇ ਭੂਆ ਜੀ ਵੱਡਿਆਂ ਦਾ ਉੱਥੇ ਰਹਿੰਦੇ ਸੀਗੇ, ਅਤੇ ਉਹਨਾਂ ਦੇ 3 ਬੇਟੇ ਸੀਗੇ। ਇੱਕ ਬੇਟਾ ਤਾਂ ਵੱਡੇ ਪੁਲਿਸ ਵਿੱਚ ਸੀਗੇ, ਅਤੇ ਉਹਨਾਂ ਦੀ ਤਾਂ ਪੋਸਟਿੰਗ ਸੀ ਮੋਸਟ ਪ੍ਰੋਬੇਬਲੀ ਪੱਟੀ ਵਾਲੇ ਉੱਧਰ ਹੀ, ਜਿਹੜਾ ਹੁਣ ਉਹ ਆਈ ਥਿੰਕ ਦੈਟ ਪੋਸਟ ਇਜ਼ ਗੋਨ ਟੂ ਪਾਕਿਸਤਾਨ ਨਾਓ। ਉਹ ਉੱਥੇ ਸੀ ਵੱਡੇ ਵੀਰ ਜੀ, ਅਤੇ ਜਿਹੜਾ ਵਿਚਕਾਰਲਾ ਸੀ ਉਹ ਮੇਰੇ ਤੋਂ 2-2.5 ਸਾਲ ਵੱਡੇ ਸੀਗੇ, ਅਤੇ ਇੱਕ ਉਹਨਾਂ ਦਾ ਛੋਟਾ ਸੀਗਾ। ਉਹ ਉਦੋਂ ਪਿੰਡ ਨਹੀਂ ਸੀਗਾ, ਉਹ ਕਿਤੇ, ਕਿਉਂਕਿ ਛੁੱਟੀਆਂ ਸਾਰੀਆਂ ਸੀ ਕਿਸੇ ਹੋਰ ਰਿਸ਼ਤੇਦਾਰ ਦੇ ਕੋਲ ਗਏ। ਅਤੇ ਮੇਰੇ ਛੋਟੇ ਭੂਆ ਜੀ ਦਾ ਬੇਟਾ ਉਹਨਾਂ ਕੋਲ ਗਿਆ ਹੋਇਆ ਸੀਗਾ। ਉਹ ਮੈਥੋਂ 2-3-4 ਸਾਲ ਛੋਟਾ ਸੀਗਾ। ਉਹ ਇਹ ਹੋਇਆ ਕਿ ਉਹਨਾਂ ਦੀ ਜਿਹੜੀ ਪੁਲਿਸ ਦੀ ਚੌਕੀ ਸੀ ਉਹ ਸਾਰੇ ਮੁਸਲਮਾਨ ਸੀਗੇ, ਉੱਥੇ ਮਿਲਟਰੀ ਦੀ ਵੀ ਚੌਕੀ ਸੀ, ਉਹ ਵੀ ਸਾਰੇ ਮੁਸਲਮਾਨ ਸੀਗੇ। ਅਤੇ ਇੱਕ ਦਿਨ ਉਹਨਾਂ ਨੇ ਅਨਾਊਂਸ ਕੀਤਾ ਕਿ ਜੀ ਜਿੰਨੇ ਵੀ ਮੇਲ ਹੈਗੇ ਨੇ ਮੈਂਬਰ ਸੀਨੀਅਰ ਘਰਾਂ ਦੇ, ਸਾਰੇ ਆ ਜਾਓ ਸਕੂਲ ਦੇ ਵਿੱਚ, ਉੱਥੇ ਬੈਠ ਕੇ ਡਿਸਕਸ ਕਰਨਾ ਹੈ ਕਿ ਕਿਸ ਤਰ੍ਹਾਂ ਹਿਫਾਜ਼ਤ ਕੀਤੀ ਜਾਏ ਆਪਣੇ ਪਿੰਡ ਦੀ। ਸੋ ਮੇਰਾ ਜਿਹੜਾ ਵਿਚਲਾ ਬ੍ਰਦਰ ਸੀਗਾ ਉਹ ਉੱਥੇ ਚਲੇ ਗਏ। ਉਹਨਾਂ ਨੇ ਕੀ ਕੀਤਾ, ਸਕੂਲ ਦੇ ਵਿੱਚ ਬੁਲਾ ਕੇ ਸਕੂਲ ਦੇ ਦਰਵਾਜ਼ੇ ਬੰਦ ਕਰ ਦਿੱਤੇ, ਔਰ ਆਰਡਰ ਦੇ ਦਿੱਤਾ ਕਿ ਪਿੰਡ ਦੇ ਵਿੱਚ ਸਾਰਿਆਂ ਨੂੰ ਕਹੋ ਕਿ ਨਿਕਲ ਜਾਣ, ਚਲੇ ਜਾਣ, ਪਿੰਡ ਵਿਹਲਾ ਕਰ ਦੇਣ, ਔਰ ਨਿਕਲਦਿਆਂ ਦੀ ਤਲਾਸ਼ੀ ਲੈਣੀ ਹੈ। ਸੋ ਉੱਥੋਂ ਮੇਰੇ ਮਤਲਬ ਜਿਹੜੇ ਵੀਰ ਜੀ ਦੇ ਉਹ ਸੀਨੀਅਰ ਕੋਈ ਚਾਚੇ ਤਾਏ ਹੋਣੇ ਆ,
ਉਹਨਾਂ ਨੇ ਮੈਸੇਜ ਭੇਜਿਆ ਕਿ ਸਾਡੇ ਘਰ ਦੀਆਂ ਲੇਡੀਜ਼ ਜਿਹੜੀਆਂ ਨੇ ਉਹ ਕੁਛ ਲੈ ਕੇ ਨਹੀਂ ਜਾਣਗੀਆਂ, ਕੋਈ ਤਲਾਸ਼ੀ ਨਹੀਂ ਦੇਣੀ, ਅਤੇ ਤੁਸੀਂ ਆਪਣੇ ਖਾਲੀ ਹੱਥ ਨਿਕਲ ਜਾਓ। ਹੁਣ ਜੇ ਕਹਿੰਦੇ ਨੇ ਵੀ ਨਿਕਲ ਜਾਓ, ਉਹ ਜੀ ਭੂਆ ਜੀ ਹੋਰਾਂ ਨੇ ਕੀ ਕੀਤਾ ਕਿ ਭੂਆ ਜੀ ਉਹਨਾਂ ਨੇ ਤਾਂ ਉਹਨਾਂ ਨੇ ਆਪਣੀਆਂ ਜਿਹੜੇ ਗਹਿਣੇ ਸੀ ਨਾ ਸਾਰੇ, ਉਹਨਾਂ ਨੂੰ ਇੱਕ ਸੰਦੂਕੜੀ 'ਚ ਪਾ ਕੇ, ਉਹਨਾਂ ਦੇ ਘਰ ਦੇ ਵਿੱਚ ਖੂਹ ਸੀ, ਉਹਨਾਂ ਦੇ ਨਾਲ ਚਾਹ ਘਰਾਂ ਦੇ ਵਿੱਚ ਖੂਹ ਦੇ ਵਿੱਚ ਸੁੱਟ ਦਿੱਤੀ। ਔਰ ਆਪਣੇ ਮੁਸਲਮਾਨ ਜਿਹੜਾ ਕਿ ਉਹਨਾਂ ਦਾ ਬੜਾ ਪੁਰਾਣਾ ਮੁਸਲਮਾਨ ਨੌਕਰ ਸੀਗਾ, ਉਹਨੂੰ ਦੱਸ ਦਿੱਤਾ ਵੀ ਆਹ ਦੇਖੇ ਇਹਦੀ ਤੂੰ ਰਾਖੀ ਕਰਨੀ ਹੈ, ਘਰ ਦੀ ਵੀ ਤੇ ਸਾਰੀ ਤੂੰ ਰਾਖੀ ਕਰਨੀ ਹੈ। ਭੂਆ ਜੀ ਕਹਿਣ ਲੱਗੇ ਚਲੋ ਕਿਤੇ ਰਾਹ 'ਚ ਪਾਣੀ ਪੀਣ ਦੀ ਲੋੜ ਪੈ ਜਾਂਦੀ ਆ। ਉਹਨਾਂ ਨੇ ਇੱਕ ਗੜਵੀ ਅਤੇ ਇੱਕ ਗਲਾਸ ਆਪਣੇ ਭਾਂਜੇ ਨੂੰ ਫੜਾਤਾ ਕਿ ਬੇਟਾ ਆਪ ਫੜ ਲਾ। ਅਤੇ ਉਹ ਜਿਹੜੇ ਤਿੰਨੇ ਕੱਪੜੇ ਉਹ ਬੱਚੇ ਨੇ ਵੀ ਜੋ ਪਾਇਆ ਹੋਇਆ ਸੀਗਾ ਅਤੇ ਜੋ ਭੂਆ ਜੀ ਨੇ ਪਾਇਆ ਸੀ, ਅਤੇ ਇਹ ਸਾਰੇ ਨਿਕਲ ਕੇ ਇਹਨਾਂ ਸਾਰਿਆਂ ਦੇ ਸਾਡਾ ਪਿੰਡ ਨੀਅਰੈਸਟ ਸੀਗਾ। ਉਸ ਦਿਨ ਇਕੱਠੇ ਸਾਡੇ ਘਰ 51 ਭੂਆ ਜੀ ਦੀ ਸਾਰੀ ਬਰਾਦਰੀ ਦੇ ਉਹ ਦੇ ਕੇਮ ਓਵਰ ਟੂ ਆਵਰ ਹਾਊਸ। ਹੁਣ ਪਹਿਲਾ ਦਿਨ ਸੀਗਾ ਔਰ ਇਹ ਪਹਿਲਾ ਹੀ ਵਿਲੇਜ ਸੀ ਕਿ ਜਿਹਨੂੰ ਇਵੈਕੂਏਟ ਕੀਤਾ ਗਿਆ ਸੀਗਾ। ਉਹਨਾਂ ਨੇ ਜਦੋਂ ਲੇਡੀਜ਼ ਨੂੰ ਤਲਾਸ਼ੀਆਂ ਸਾਰੇ ਜੋ ਕੁਛ ਹੁੰਦਾ ਸੀ ਨਾ, ਫਿਰ ਮਗਰੋਂ ਉਹਨਾਂ ਨੇ ਆਦਮੀਆਂ ਨੂੰ ਛੱਡਿਆ ਅਤੇ ਇਹ ਸਾਰੇ ਆ ਗਏ। ਉਹ ਜਿਹੜਾ ਗਲਾਸ ਅਤੇ ਗੜਵੀ ਭੂਆ ਜੀ ਨੇ ਆਪਣੇ ਭਾਂਜੇ ਨੂੰ ਦਿੱਤੀ ਸੀ, ਉਹਨੇ ਦੀਵਾਰ ਦੇ ਉੱਤੇ ਰੱਖੀ ਔਰ ਘਬਰਾਹਟ ਵਿੱਚ ਉਹ ਵੀ ਉੱਥੇ ਛੱਡ ਆਇਆ ਹੈ। ਸੋ ਦੇ ਕੇਮ ਆਊਟ ਟੂ ਦੇ। ਅਤੇ 51 ਬੰਦੇ ਜਦੋਂ ਪਹਿਲੇ ਵਾਰੀ ਸਾਡੇ ਘਰ ਆਏ, ਅਤੇ ਮੈਂ ਅਤੇ ਮੇਰੇ ਮਦਰ ਹੀ ਸੀਗੇ ਅਸੀਂ, ਅਤੇ ਉਹ ਪਹਿਲੇ ਦਿਨ ਕਿਉਂਕਿ ਉਹ ਸੀਗਾ ਅਤੇ ਲਾਗੀ ਵੀ ਆ ਗਏ ਹੈਲਪ ਕਰਨ ਹੈਂ ਖਾਣਾ ਖੁਣਾ ਚਲੋ। ਅਤੇ ਗਰਮੀਆਂ ਦੇ ਦਿਨ ਸੀਗੇ, ਅਤੇ ਮੇਰੀ ਜ਼ਿੰਮੇਵਾਰੀ ਇਹ ਹੈਗੀ ਸੀਗੀ ਕਿ ਤੁਸੀਂ ਕਿ ਕਿਉਂਕਿ ਅਵੇਲੇਬਿਲਿਟੀ ਆਫ ਦਾ ਥਿੰਗਸ ਤੇ ਲਿਮਿਟਿਡ ਹੁੰਦੀ ਹੈ ਨਾ ਇੱਕਦਮ। ਮਿਲਕ ਵਿਲ ਬੀ ਗਿਵਨ ਓਨਲੀ ਜਿਹੜੀਆਂ ਪ੍ਰੈਗਨੈਂਟ ਅਤੇ ਲੈਕਟੇਟਿੰਗ ਮਦਰਸ, ਅਤੇ ਆਹ ਚੀਜ਼ ਜਾਂ ਬੱਚਿਆਂ ਨੂੰ ਮਿਲੇਗਾ। ਸੋ ਇਸ ਤਰ੍ਹਾਂ ਅਸੀਂ ਸਾਰਿਆਂ ਨੂੰ ਮੈਂ ਸਵਾਂਗ ਕੇ ਸਾਰਿਆਂ ਦੇ ਲਈ ਬਿਸਤਰਿਆਂ ਦਾ ਪ੍ਰਬੰਧ ਕਰਕੇ ਫਿਰ ਮੈਂ ਅਤੇ ਮੇਰੀ ਮਦਰ ਨੇ ਸੌਣਾ। ਹੁਣ 2 ਦਿਨ ਤਾਂ ਲੱਗ ਹੀ ਆ ਗਏ। ਉਹ ਫਿਰ ਸਾਰਿਆਂ ਦੇ ਘਰਾਂ ਵਿੱਚ ਇਹੀ ਗੱਲ ਕਿ ਉਹਨਾਂ ਦੇ ਰਿਸ਼ਤੇਦਾਰ ਆ ਰਹੇ ਨੇ ਪਾਕਿਸਤਾਨ ਤੋਂ, ਅਤੇ ਇਸ ਕਰਕੇ ਫਿਰ ਸਾਰੇ ਚਲੇ ਗਏ। ਅਤੇ ਦੈਨ ਮੇਰੇ ਭੂਆ ਜੀ ਬੜੇ ਕੰਮ ਹੀ ਸੀਗੇ, ਅਤੇ ਭੂਆ ਜੀ ਅਤੇ ਉਹਨਾਂ ਨੇ ਫਿਰ ਆਪਣਾ ਵੀ ਅਸੀਂ ਆਪ ਹੀ ਫਿਰ ਸਾਰਾ ਕੁਝ ਸਾਨੂੰ ਮੈਨੇਜ ਕਰਨਾ ਪੈਂਦਾ ਸੀ, ਕਿਉਂਕਿ ਲਾਗੀ ਉਹਦੇ ਬਾਅਦ ਸਾਰਿਆਂ ਦੇ ਘਰਾਂ 'ਚ ਆਪਣੀਆਂ ਇਹ ਵੀ ਪ੍ਰੋਬਲਮਸ ਹੋ ਗਈਆਂ ਸੀਗੀਆਂ। ਫਿਰ ਹੌਲੀ ਹੌਲੀ ਜਿਹੜੇ ਭੂਆ ਜੀ ਦੇ ਰਿਸ਼ਤੇਦਾਰ ਬਰਾਦਰੀ ਸੀ, ਉਹ ਜਿੱਥੇ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਜਿੱਥੇ ਉੱਥੋਂ ਪਤਾ ਲੱਗਾ, ਹੌਲੀ ਹੌਲੀ ਸਾਰੇ ਚਲੇ ਗਏ। ਅਤੇ ਭੂਆ ਜੀ ਇਕੱਲੇ ਭੂਆ ਜੀ ਸਾਡੇ ਕੋਲ 3 ਸਾਲ ਫਿਰ ਰਹੇ। ਔਰ ਭੂਆ ਜੀ ਜਿਨ੍ਹਾਂ ਦੀ ਕਿ ਉੱਥੇ ਇੰਨੀ ਵੱਡੀ ਜਾਇਦਾਦ ਸੀਗੀ, ਇੰਨੀ ਜ਼ਮੀਨ ਸੀਗੀ ਨਾ, ਤਿੰਨੀ ਕੱਪੇ ਭੂਆ ਜੀ ਦੇ ਸ਼ਾਇਦ 10,000 ਰੁਪਏ ਮੇਰੇ ਫਾਦਰ ਕੋਲ ਕਿਤੇ ਦਿੱਤੇ ਹੋਏ ਸੀਗੇ। ਸੋ ਦੈਟ ਵਾਜ਼ ਆਲ ਸ਼ੀ ਹੈਡ ਵੈਨ ਸ਼ੀ ਕੇਮ ਟੂ ਦਿਸ ਸਾਈਡ ਆਫ, ਕਿ ਜਿਹੜੇ ਮੇਰੇ ਫਾਦਰ ਨੇ ਫਿਰ ਉਹਨਾਂ ਨੂੰ ਉਹ ਪੈਸੇ ਦਿੱਤੇ। ਅਤੇ ਇਸੇ ਤਰ੍ਹਾਂ ਮੇਰੇ ਨਾਨਕੇ ਹੈ, ਕਿਉਂਕਿ ਨਾਨਕਿਆਂ ਦਾ ਪਿੰਡ ਚੋਲੇ ਦੇ ਕੋਲ ਹੀ ਹੈ ਸੀਗਾ, ਉਹ ਸਾਨੂੰ ਬਾਈਪਾਸ ਕਰਕੇ ਉਹ ਲੰਘ ਗਏ। ਉਹਨਾਂ ਦੀ ਜਿਹੜੀ ਮੈਂ ਗੱਲ ਦੱਸਾਂ ਕਿ ਉਹ ਮੇਰੇ ਨਾਨਕੇ ਦੇ ਨਾ 17 ਚੱਕ ਨੰਬਰ 17 'ਚ ਲਾਹੌਰ ਡਿਸਟ੍ਰਿਕਟ ਸੀਗੇ। ਉੱਥੋਂ ਆਏ ਅਤੇ ਆਪਣਾ ਇਸੇ ਹਿਸਾਬ ਨਾਲ ਅਤੇ ਜੀ ਥੋੜ੍ਹੇ ਦਿਨਾਂ ਲਈ ਸਾਰਿਆਂ ਨੇ ਕਿਹਾ ਜੀ ਇਹ ਰੌਲਾ ਸ਼ੌਲਾ ਹੈ, ਫਿਰ ਠੀਕ ਠਾਕ ਹੋ ਜਾਣਾ। ਉਹਨਾਂ ਆਪਣਾ ਸਾਰਾ ਅਤੇ ਇਹ ਗਹਿਣਾ ਉਹਨਾਂ ਨੇ ਆਪਣੇ ਜ਼ਮੀਨ ਵਿੱਚ ਜੋ ਕਿ ਬਹੁਤੇ ਲੋਕਾਂ ਨੇ ਕੀਤਾ ਸੀਗਾ ਕਿ ਉਹ ਰੱਖ ਦਿੱਤਾ, ਅਤੇ ਆਪਣੇ ਕੋਲ ਜ਼ਰੂਰਤ ਦੀਆਂ ਥੋੜ੍ਹੀਆਂ ਬਹੁਤ ਚੀਜ਼ਾਂ ਲੈ ਕੇ ਗੱਡੀਆਂ 'ਤੇ ਘੋੜੀਆਂ ਦੇ ਉੱਤੇ ਆਏ। ਮੇਰੇ ਮਾਮਾ ਜੀ ਦੀ ਜਿਹੜੀ ਇੱਕ ਵੱਡੀ ਬੇਟੀ ਸੀ, ਸ਼ੀ ਵਾਜ਼ ਪ੍ਰੈਗਨੈਂਟ। ਰਾਹ ਦੇ ਵਿੱਚ ਮੀਂਹ ਵਰਿਆ। ਫਿਰ ਵੈਰੋਵਾਲ ਦਾ ਪਿੰਡ ਜਿਹੜਾ ਕਿ ਬਿਲਕੁਲ ਹੱਦ 'ਤੇ ਪੈਂਦਾ ਹੈਗਾ ਹੈ, ਉੱਥੋਂ ਹੱਦ ਟੱਪ ਕੇ ਕੋਲੀ ਗੁਰਦੁਆਰਾ ਉੱਥੇ ਆ ਕੇ ਅਟਕੇ। ਐਂਡ ਦੇਅਰ ਸ਼ੀ ਡਿਲੀਵਰਡ ਹਰ ਚਾਈਲਡ ਔਨ ਦ ਗੱਡਾ ਇਨ ਦ ਪ੍ਰੈਮਿਸਿਸ ਆਫ ਦ ਗੁਰਦੁਆਰਾ ਹੈ। ਸੋ ਇਹ ਹਾਲਤ ਸੀ। ਉਹ ਫਿਰ ਸਾਨੂੰ ਤਾਂ ਬਾਈਪਾਸ ਕਰਕੇ ਉਹ ਮੇਰੇ ਨਾਨਕਿਆਂ ਦਾ ਪਿੰਡ ਨੇੜੇ ਸੀ,
ਉਹਨਾਂ ਦੇ ਘਰ ਹੈਗਾ ਸੀਗਾ, ਉਹ ਫਿਰ ਉੱਧਰ ਚਲੇ ਗਏ। ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੀਏ ਕਿ 1998 ਦੇ ਵਿੱਚ ਮੈਨੂੰ ਮੌਕਾ ਮਿਲਿਆ ਪਾਕਿਸਤਾਨ ਜਾਣ ਦਾ, ਔਰ ਉਹ ਕੁਛ ਐਸਾ ਪ੍ਰੋਗਰਾਮ ਸੀ ਕਿ ਅਸੀਂ ਆਪਣੀ ਮਰਜ਼ੀ ਰਿਕੁਐਸਟ ਜਾ ਸਕਦੇ ਸੀਗੇ। ਸੋ ਮੈਂ ਆਪਣੇ ਨਾਨਕਿਆਂ ਦਾ ਪਿੰਡ ਦੇਖਣਾ ਅਤੇ ਆਪਣੀ ਮਾਸੀ ਜੀ ਦਾ ਪਿੰਡ ਜਿਹੜਾ ਉੱਥੋਂ ਹੀ ਅੱਗੇ ਦੂਰ ਸੀਗਾ, ਅਤੇ ਇੱਕ ਪਟਿਆਲੇ ਦੇ ਸਰਦਾਰ ਸੀਗੇ ਜਿਨ੍ਹਾਂ ਨੇ ਆਪਣੀ ਭੂਆ ਦਾ ਪਿੰਡ ਦੇਖਣਾ ਸੀ, ਉਹ ਵੀ ਉਸੇ ਪਾਸੇ ਸੀ। ਸੋ ਸਾਨੂੰ ਇੱਕੋ ਹੀ ਟਰਾਂਸਪੋਰਟ ਦਿੱਤੀ ਗਈ। ਅਸੀਂ ਗਏ ਸੀ ਪਹਿਲਾਂ ਉਹਨਾਂ ਦੇ ਪਟਿਆਲੇ ਵਾਲਿਆਂ ਦੇ ਭੂਆ ਦਾ ਪਿੰਡ, ਉਹਨਾਂ ਦੀ ਬੜੀ ਵੱਡੀ ਹਵੇਲੀ, ਉਹਨਾਂ ਨੇ ਸਾਰੇ, ਅਤੇ ਉਹਨਾਂ ਨੇ ਇਹ ਦੇਖਿਆ ਕਿ ਵੀ ਉਹਨਾਂ ਨੂੰ ਕਿਹਾ ਕਿ ਪਿੰਡ ਦਾ ਜਿਹੜਾ ਸਭ ਤੋਂ ਵੱਡਾ ਕੋਈ ਬਜ਼ੁਰਗ ਹੈ ਉਹਨੂੰ ਸੱਦ ਦਿਓ, ਕਹਿੰਦੇ ਨੈਕਸਟ ਪ੍ਰੈਜ਼ੈਂਟ ਜਨਰੇਸ਼ਨ ਨੂੰ ਤਾਂ ਕੋਈ ਪਤਾ ਨਹੀਂ ਹੋਣਾ। ਸੋ ਉਹ ਕੋਈ ਬਜ਼ੁਰਗ ਆ ਗਿਆ, ਤਾਂ ਉਹਨੇ ਉਹਨਾਂ ਦੇ ਭੂਆ ਫੁੱਫੜ ਜੀ ਨੂੰ, ਸਾਰੀ ਫੈਮਿਲੀ ਨੂੰ ਜਾਣਦਾ ਸੀ। ਉੱਥੋਂ ਕਰਕੇ ਜਦੋਂ ਅਸੀਂ ਚੱਕ ਨੰਬਰ 17 'ਚ ਆਏ, ਅਤੇ ਉੱਥੇ ਫਿਰ ਮੈਂ, ਕਿਉਂਕਿ ਮੈਨੂੰ ਮਾਮੀ ਜੀ ਮੇਰਿਆਂ ਨੇ ਦੱਸ ਦਿੱਤਾ ਸੀ ਕਿ ਤੂੰ ਜਾ ਕੇ ਉੱਥੇ ਪੁੱਛੀ ਵਕੀਲਾਂ ਦੀ ਹਵੇਲੀ, ਮੇਰੇ ਨਾਨਾ ਜੀ ਵਕੀਲ ਸੀਗੇ। ਸੋ ਮੈਂ ਉੱਥੇ ਪੁੱਛਿਆ ਵਕੀਲਾਂ ਦੀ ਹਵੇਲੀ, 'ਚ ਅਸੀਂ ਪਿੰਡ 'ਚੋਂ ਪੁੱਛ ਕੇ ਅਤੇ ਉੱਥੇ ਪਹੁੰਚ ਗਏ। ਅਤੇ ਉਹ ਸਾਰੀ ਹਵੇਲੀ ਦੇ ਵਿੱਚ 2 ਚੇਂਜਿਸ ਸੀਗੀਆਂ। ਇੱਕ ਗੇਟ ਉਹਨਾਂ ਨੇ, ਕਿਉਂਕਿ ਬੜਾ ਵੱਡਾ ਗੇਟ ਸੀ ਕਿ ਗੱਡੇ ਲੰਘ ਆਉਣ, ਸਾਰਾ ਕੁਛ ਲੰਘ ਆਵੇ, ਉਹ ਗੇਟ ਦੇ 2 ਹਿੱਸੇ ਹੋਏ ਸੀਗੇ। ਇੱਕ ਹਿੱਸਾ ਉਹਨਾਂ ਨੇ ਬੰਦ ਕਰ ਦਿੱਤਾ ਸੀ ਅਤੇ ਇੱਕ ਹਿੱਸਾ ਇਸੇ ਤਰ੍ਹਾਂ ਗੇਟ ਦੇ ਅੰਦਰ ਵੜਦੇ ਹੀ ਖੂਹੀ ਸੀ, ਉਹ ਵੀ ਅੱਧੀ ਕੀਤੀ ਹੋਈ ਸੀ। ਔਰ ਪਹਿਲਾਂ ਸਾਡੇ ਜਿਹੜੇ ਸਾਰੇ ਮਾਮਿਆਂ ਦੇ, ਇੱਕ ਵੱਡੇ ਮਾਮਾ ਜੀ ਦਾ, ਦੂਜਿਆਂ ਦਾ, ਅਤੇ 4 ਮਾਮਿਆਂ ਦਾ ਵਾਸ ਸਪੋਜ਼ਡ ਟੂ ਬੀ ਦੈਟ ਹਵੇਲੀ ਦੇ ਵਿੱਚ ਹਿੱਸੇ। ਮੇਰੇ ਵੱਡੇ ਮਾਮਾ ਜੀ ਦੇ ਘਰ ਦੇ ਵਿੱਚ ਇੱਕੋ ਹੀ ਚੇਂਜ ਸੀਗਾ ਕਿ ਉਹਨਾਂ ਦਾ ਹੁਣ ਗਲੀ ਵਾਲੇ ਇੱਕ ਦਰਵਾਜ਼ਾ ਕਮਰੇ ਨੂੰ ਕੱਢ ਦਿੱਤਾ ਗਿਆ ਸੀ। ਬਾਕੀ ਅਤੇ ਸਾਹਮਣੇ ਵਾਲੇ ਪਾਸੇ ਵਾਲੀ ਉੱਚੀ ਕੰਧ ਹੋ ਗਈ ਸੀ, ਜਿਹੜੀ ਕਿ ਫਿਰ ਮਗਰੋਂ ਉਹਦੇ ਨਾਲੋਂ ਹੀ ਫਿਰ ਲੱਗ ਕੇ ਉਹ ਖੂਹੀ ਦੇ ਵਿੱਚ ਵੀ ਉਹਨਾਂ ਨੇ ਕੰਧ ਕਰ ਦਿੱਤੀ ਹੋਈ ਸੀ। ਉਹਦੇ ਵਿੱਚ ਪਤਾ ਨਹੀਂ 8-9 ਫੈਮਿਲੀ ਸੀ ਹੈ। ਔਰ ਮੈਂ ਵੀ ਫਿਰ ਉੱਥੇ ਜਾ ਕੇ ਇਹੀ ਕਿਹਾ, ਜਿਹੜੇ ਉਸ ਦੇਵਰ ਵੈਰੀ ਮਤਲਬ ਉਹਨਾਂ ਨੇ ਸਾਡਾ ਬੜਾ ਆਦਰ ਮਾਣ ਕੀਤਾ ਦੋਵਾਂ ਜਗ੍ਹਾ 'ਤੇ। ਪੀਪਲ ਵਰ ਵੈਰੀ ਆਪਣਾ ਉਹਨੂੰ ਕੀ ਕਹਾਂਗੇ ਕਿ ਬੜੀ ਅੱਛੀ ਤਰ੍ਹਾਂ ਸਾਨੂੰ ਮਿਲੇ, ਸਵਾਗਤ ਕੀਤਾ। ਮੈਂ ਕਿਹਾ ਜੀ ਇੱਥੇ ਕੋਈ ਬਜ਼ੁਰਗ ਹੈਗੇ ਨੇ ਤਾਂ ਉਹਨਾਂ ਨੂੰ ਸੱਦ ਦਿਓ। ਸੋ ਇੱਕ ਬੰਦਾ ਗਿਆ, ਇੱਕ ਬਜ਼ੁਰਗ ਨੂੰ ਲੈ ਕੇ ਆ ਗਿਆ। ਉਦੋਂ ਮੈਂ ਗੁਲਜ਼ਾਰ ਨੇ ਫਿਰ ਇਹਦੇ 'ਤੇ ਕਹਾਣੀ ਲਿਖੀ ਸੀ, ਥੋੜ੍ਹੇ ਦਿਨ ਹੋਏ ਆ, ਮੈਂ ਪੜ੍ਹੀ ਵੀ ਸੀਗੀ, ਅਤੇ ਉਹ ਮੈਨੂੰ ਫਿਰ ਉਸ ਆਦਮੀ ਦਾ ਨਾਂ ਭੁੱਲ ਗਿਆ। ਉਹ ਆਇਆ, ਬੈਠਿਆ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਸਰਦਾਰ ਦਲੀਪ ਸਿੰਘ ਦੀ ਭਣੇਵੀਂ ਹਾਂ। ਕਹਿੰਦਾ ਲੈ, ਅਤੇ ਦਲੀਪ ਸਿੰਘ ਤਾਂ ਮੇਰਾ ਪੱਗ ਭਰਾ ਸੀਗਾ, ਉਹਦੀ ਤਾਂ ਸਾਡੀ ਪਹਿਲੀ ਦੀ ਸਾਂਝੀ ਹੈਗੀ ਆ। ਉਹ ਤਾਂ ਅਜੇ ਵੀ ਜਿਹੜਾ ਉੱਥੇ ਪਿੰਡ 'ਚ ਖੇਤਾਂ 'ਚ ਖੂਹ ਹੈ, ਉਹ ਵਕੀਲਾਂ ਦਾ ਖੂਹ ਖੁਆਉਂਦਾ ਹੈ। ਉਹਨੇ ਮੈਨੂੰ ਬੜੀ ਅੱਛੀ ਤਰ੍ਹਾਂ, ਫਿਰ ਉਹਨੇ ਨਾ ਮੈਨੂੰ ਘਰ ਸਾਰਾ ਖਿੱਦਾ ਹੈ, ਆ ਤੇਰੇ ਵੱਡੇ ਮਾਮੇ ਦਾ ਘਰ ਸੀਗਾ, ਔਰ ਮੇਰੇ ਸੈਕਿੰਡ ਮਾਮਾ ਜੀ ਨੇ ਡਬਲ ਸਟੋਰੀ ਬਣਾਇਆ ਹੋਇਆ ਸੀ, ਔਰ ਦੇਖੋ ਉਹਦਾ ਚੁਬਾਰਾ ਅਸਰਬਨ ਬਾਹਰ ਲਿਜਾ ਕੇ। ਮੇਰੇ ਸਭ ਤੋਂ ਛੋਟੇ ਮਾਮਾ ਜੀ ਦਾ ਉਹਨਾਂ ਨੇ ਨਹੀਂ ਸੀ ਬਣਾਇਆ ਉਹ ਲੋ ਜੇ, ਅਤੇ ਉਹ ਪਲਾਟ ਅਜੇ ਵੀ ਖਾਲੀ ਪਿਆ ਸੀ। ਕਹਿੰਦੇ ਉਹ ਜਦੋਂ ਮੈਨੂੰ ਦੱਸ ਰਿਹਾ ਸੀ ਨਾ ਇਹ ਕਿ ਵੀ ਆਹ ਦੇਖ, ਆ ਤੇਰੇ ਫਲਾਣੇ ਮਾਮੇ ਦਾ ਫਲਾਣਾ ਹੈ ਇਹ, ਅਤੇ ਜਿਹੜੀਆਂ ਔਰਤਾਂ ਪਿੱਛੇ ਘਰ 'ਚ, ਤਾਂ ਉਹਨਾਂ 'ਚ ਇੱਕ ਔਰਤ ਕਹਿੰਦੀ, ਜਿਹੜਾ ਮੈਨੂੰ ਬੜਾ ਹੀ ਟੱਚਿੰਗ ਲੱਗਾ, ਕਹਿੰਦੀ ਹਾਏ ਕਦੇ ਅਸੀਂ ਵੀ ਆਪਣੇ ਘਰ ਜਾ ਕੇ ਇਸ ਤਰ੍ਹਾਂ ਦੇਖਾਂਗੇ। ਮੈਂ ਫਿਰ ਮਗਰੋਂ ਉਹਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ? ਕਹਿਣ ਲੱਗੀ ਅਸੀਂ ਜਨਾਲੇ ਤਹਿਸੀਲ 'ਚੋਂ ਆਏ ਹਾਂ। ਸੋ ਇਹ ਨਹੀਂ ਕਿ ਵੀ ਸਾਨੂੰ ਹੀ ਦੁੱਖ ਹੈਗਾ, ਜਿਹਨੇ ਵੀ ਘਰ ਛੱਡਿਆ ਉਹਨਾਂ ਸਾਰਿਆਂ ਨੂੰ ਦੁੱਖ ਹੈਗਾ। ਇਸੇ ਤਰ੍ਹਾਂ ਜਦੋਂ 1965 ਦੀ ਵਾਰ ਹੋਈ ਆ, ਅਤੇ ਇੰਡੀਆ ਨੇ ਕੁਛ ਪਿੰਡ ਆਕਿਊਪਾਈ ਕੀਤੇ ਸੀ ਪਾਕਿਸਤਾਨ ਦੇ, ਉਹਨਾਂ 'ਚ ਪਡਾਣਾ ਇੱਕ ਪਿੰਡ ਸੀਗਾ, ਅਤੇ ਅਸੀਂ ਉਹ ਪਿੰਡ ਗੁਲਜ਼ਾਰ ਅਤੇ ਮੈਂ ਅਤੇ ਮੇਰੇ ਬ੍ਰਦਰ ਅਸੀਂ ਉਹ ਪਿੰਡ ਦੇਖਣ ਗਏ ਸੀ। ਅਤੇ ਅਸੀਂ ਪਡਾਣੇ ਗਏ, ਭੂਆ ਜੀ ਦੀ ਹਵੇਲੀ 'ਚ ਗਏ। ਉਹੀ ਗੱਲ ਕਿ ਉੱਥੇ ਉਸ ਵੇਲੇ ਕਿਉਂਕਿ ਇਵੈਕੂਏਟ ਅਤੇ ਖਾਲੀ ਪਿੰਡ ਪਏ ਹੋਏ ਸੀਗੇ, ਪਰ ਉੱਥੇ 8-9 ਚੁੱਲ੍ਹੇ ਸੀ। ਇਹਨਾਂ ਦਾ ਘਰ ਜਿਹਦਾ 'ਚ ਇੱਕੋ ਚੁੱਲ੍ਹਾ ਹੁੰਦਾ ਸੀ, ਉਹਦੇ ਵਿੱਚ 8-9 ਚੁੱਲ੍ਹੇ ਸੀਗੇ ਜਿਹੜੇ ਸੀ। ਔਰ ਉਸ ਦੌਰਾਨ ਅਸੀਂ ਦੇਖਿਆ, ਅਸੀਂ ਕਈ ਪਿੰਡਾਂ ਦਾ ਜਿਹੜੇ ਆਕਿਊਪਾਈਡ ਸੀਗੇ, ਅਸੀਂ ਕਈ ਪਿੰਡ ਦੇਖੇ ਸੀਗੇ। ਗੁਲਜ਼ਾਰ ਨੇ ਉਹਦੇ 'ਤੇ 5-7 ਆਪਣੀਆਂ ਕਹਾਣੀਆਂ ਵੀ ਲਿਖੀਆਂ। ਅਸੀਂ ਉੱਥੋਂ ਚੁੱਕੀਆਂ ਚਿੱਠੀਆਂ,
ਉਹ ਚਿੱਠੀਆਂ ਦੇ ਵਿੱਚ ਉਹੀ ਗੱਲਾਂ ਜੋ ਹਮੇਸ਼ਾ ਹੁੰਦੀਆਂ, ਫਲਾਣਾ ਠੀਕ ਹੈ, ਫਲਾਣੇ ਦੇ ਬੱਚਾ ਹੋਇਆ ਉਹ ਮਰ ਗਿਆ, ਫਲਾਣੇ ਦੇ ਘੋੜੀ ਦੇ ਬੱਚਾ ਹੋਇਆ, ਫਲਾਣੇ ਦੀ ਮੱਝ ਦਾ ਇਹ ਹੋਇਆ। ਸੋ ਇਸ ਤਰ੍ਹਾਂ ਦੀਆਂ ਤੋਂ ਗੁਲਜ਼ਾਰ ਦੀ ਕਹਾਣੀ ਸੀਗੀ ਕਿ ਵੀ ਮੈਨੂੰ ਉਹਦਾ ਨਾਂ ਭੁੱਲ ਗਿਆ, ਕਿ ਵੀ ਇੱਕੋ ਜਿਹੀਆਂ ਗੱਲਾਂ ਹੈਗੀਆਂ ਨੇ। ਅਤੇ ਸਕੂਲ ਦੀਆਂ ਕਾਪੀਆਂ, ਕਿਉਂਕਿ ਸਕੂਲ ਇੱਕ ਅਸੀਂ ਸਕੂਲ ਦੇ ਕੋਲ ਗਏ, ਉਹ ਸਕੂਲ ਦੇ ਬੱਚਿਆਂ ਦੀਆਂ ਕਾਪੀਆਂ ਖਿੰਡੀਆਂ ਪਈਆਂ। ਅਸੀਂ ਉਸ ਪਿੰਡ ਦੇ ਵਿੱਚ ਅਸੀਂ ਦੇਖਿਆ ਕਿ 3 ਬਜ਼ੁਰਗ ਸੀਗੇ, ਕਿਉਂਕਿ ਜਿਹੜੇ ਤੇ ਜਵਾਨ ਲੋਕ ਸੀਗੇ ਉਹ ਤਾਂ ਸਾਰੇ ਇਵੈਕੂਏਟ ਕਰ ਗਏ, ਉਹ ਆਪਣੇ ਬਜ਼ੁਰਗਾਂ ਨੂੰ ਛੱਡ ਗਏ ਅਤੇ ਉਹ ਸਾਡੀ ਮਿਲਟਰੀ ਉਹਨਾਂ ਬਜ਼ੁਰਗਾਂ ਨੂੰ ਦੇਖ ਰਹੀ ਸੀ। ਅਤੇ ਅਸੀਂ ਵੀ ਇਹਨਾਂ ਨੇ ਉਹਨਾਂ ਬਜ਼ੁਰਗਾਂ ਨਾਲ ਗੱਲਾਂ ਕੀਤੀਆਂ। ਅਤੇ ਜਦੋਂ ਅਸੀਂ ਤੁਰਨ ਲੱਗੇ ਤਾਂ ਉਹ ਬਜ਼ੁਰਗ ਕਹਿੰਦੇ ਆ, ਨਾ ਗੁਲਜ਼ਾਰ ਨੇ ਪੁੱਛਿਆ ਕਿ ਤੁਹਾਨੂੰ ਇੱਥੇ ਠੀਕ ਆ? ਕਹਿੰਦੇ ਜੀ ਇਹ ਜਵਾਨ ਸਾਡੇ ਬੜੀ ਦੇਖਭਾਲ ਕਰਦੇ ਪਏ ਨੇ, ਸਾਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ, ਸਾਨੂੰ ਰੋਟੀ ਵੀ ਮਿਲਦੀ ਹੈ, ਸਾਰਾ ਕੁਛ ਮਿਲਦਾ। ਅਤੇ ਗੁਲਜ਼ਾਰ ਨੇ ਕਿਹਾ ਫਿਰ ਵੀ ਕੋਈ ਚੀਜ਼ ਹੈ ਜਿਹਦਾ? ਉਹਨਾਂ 'ਚ ਇੱਕ ਬਜ਼ੁਰਗ ਕਹਿੰਦਾ, ਸਰਦਾਰ ਜੀ ਜੇ ਹੋ ਸਕਿਓ ਨਾ ਸਾਨੂੰ ਜੰਤਰੀ ਭੇਜ ਦਿਓ ਜੀ। ਅਤੇ ਇਹਨਾਂ ਨੇ ਕਿਹਾ ਵੀ ਜੰਤਰੀ ਕੀ ਕਰਨੀ ਹੈ ਤੁਸੀਂ? ਹੈਂ? ਕਹਿੰਦੇ ਜੀ ਇੱਥੇ ਕੁਛ ਪਤਾ ਨਹੀਂ ਲੱਗਦਾ ਕਿ ਦਿਨ ਕਿਹੜਾ ਹੈ, ਬਿਕੋਜ਼ ਨੋ ਕਨੈਕਸ਼ਨ ਵਿਦ ਐਨੀਥਿੰਗ, ਅਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਦਿਨ ਜੁਮਾ ਜਿੱਦਣ ਅਸੀਂ ਨਮਾਜ਼ ਪੜ੍ਹਦੇ ਹਾਂ। ਆਈ ਮੀਨ ਦੀਜ਼ ਆਰ ਸੋ ਟਚਿੰਗ ਥਿੰਗਸ, ਵੀ ਫੈਲਟ ਸੋ ਇਮੋਸ਼ਨਲੀ ਡਿਸਟਰਬਡ ਔਨ ਲਿਸਨਿੰਗ ਟੂ ਦਿਸ ਟਾਈਪ ਆਫ ਥਿੰਗਸ ਜਿੱਥੇ ਵੀ ਸਾਨੂੰ ਕੋਈ ਮਿਲੇ। ਜਦੋਂ ਸਕੂਲ ਸਾਡੇ ਕਾਲਜ ਖੁੱਲ੍ਹੇ ਵਾਪਸ ਆਏ, ਸਾਡੀਆਂ 5 ਬਿਲਡਿੰਗ ਸੀਗੀਆਂ, ਸਾਰੀਆਂ ਅੱਧੀਆਂ ਸੜੀਆਂ ਹੋਈਆਂ ਸੀ। ਸਾਡੀ ਸਾਇੰਸ ਲੈਬ ਸੜ ਗਈ ਹੋਈ ਸੀ ਪੂਰੀ, ਸਾਡਾ ਹੋਸਟਲ ਸੜ ਗਿਆ ਹੋਇਆ ਸੀਗਾ। ਸੋ ਆਲ ਦੈਟ ਬੜਾ ਉਹਨੂੰ ਔਖਾ ਲੱਗਦਾ ਸੀਗਾ ਕਿ ਕਿਵੇਂ ਭੁੱਲਾਂਗੇ, ਕਿਵੇਂ ਵਿਦ ਪਾਸਿੰਗ ਆਫ ਟਾਈਮ। ਮੈਂ ਜਦੋਂ ਇਹ ਤੁਹਾਨੂੰ ਦੱਸਿਆ ਨਾ ਪਾਕਿਸਤਾਨ ਅਸੀਂ ਜਦੋਂ 98 'ਚ ਗਏ ਸੀ, ਸਾਡੀ ਇੱਕ ਕਲਾਸਮੇਟ ਸੀਗੀ ਮੁਸਲਮਾਨ ਲੜਕੀ ਫਾਤਿਮਾ, ਉਹ ਜਿਹੜੇ ਅੰਮ੍ਰਿਤਸਰ ਦੇ ਸਿਵਲ ਸਰਜਨ ਸੀਗੀ, ਉਹਨਾਂ ਦੀ ਬੇਟੀ ਸੀ। ਅਤੇ ਇਹ 3 ਭੈਣਾਂ ਸੀ, ਉਹ ਤਿੰਨੋਂ ਹੀ ਸਾਡੇ ਸਕੂਲ 'ਚ ਪੜ੍ਹਦੀਆਂ ਸੀ। ਫਾਤਿਮਾ ਸਾਡੀ ਕਲਾਸਮੇਟ ਸੀ, ਇੱਕ ਸਾਤੋਂ ਸੀਨੀਅਰ ਸੀ, ਇੱਕ ਜ਼ਰੀਨਾ ਸਾਤੋਂ ਜੂਨੀਅਰ ਸੀਗੀ। ਫਿਰ ਮੈਂ ਫਾਤਿਮਾ ਨੂੰ ਮਿਲਣ ਗਈ ਸੀਗੀ ਅਤੇ ਵੀ ਮੈਟ ਵੈਰੀ ਨਾਈਸਲੀ। ਪਾਕਿਸਤਾਨੀਆਂ ਦੇ ਨਾਲ ਸਾਡਾ ਬੜਾ ਮਤਲਬ ਮੇਰੀਆਂ ਕਈ ਫਰੈਂਡ ਜੇ ਅਤੇ ਮੁਸਲਮਾਨ 2 ਮੇਰੀਆਂ ਕ੍ਰਿਸਚਨ ਫਰੈਂਡ ਸੀਗੀਆਂ ਜਿਹੜੀਆਂ ਮੈਂ ਬਾਅਦ ਵਿੱਚ ਮੈਨੂੰ ਮਿਲੀਆਂ। ਔਰ ਮੈਂ ਕਿਉਂਕਿ ਜਿਸ ਪ੍ਰੋਗਰਾਮ ਦੇ ਹੇਠਾਂ ਮੈਂ ਗਈ ਸੀਗੀ ਪੜ੍ਹਨ 61 62 'ਚ, ਸਦੇ ਵਿੱਚ ਮੇਰੀ ਕਲਾਸ ਸਕੂਲ ਦੀ ਕਲਾਸਮੇਟ ਪਾਕਿਸਤਾਨ ਵਾਲੇ ਗਰੁੱਪ ਦੇ ਨਾਲ ਸੀਗੀ। ਉਹ ਆਪਣਾ ਕੈਲੀਫੋਰਨੀਆ ਸੀ, ਬਰਕਲੇ ਯੂਨੀਵਰਸਿਟੀ 'ਚ ਮੈਂ ਹਾਰਵਰਡ ਯੂਨੀਵਰਸਿਟੀ 'ਚ ਸੀਗੀ। ਮੈਂ ਪਹਿਲੀ ਵਾਰੀ ਪਾਕਿਸਤਾਨ ਗਈ ਸੀ ਜਦੋਂ 1954 ਦੇ ਵਿੱਚ ਪਹਿਲੀ ਵਾਰੀ ਕ੍ਰਿਕਟ ਦੇ ਲਈ ਖੁੱਲ੍ਹਿਆ ਸੀਗਾ। ਅਤੇ ਉਦੋਂ ਇਹੀ ਮੇਰੀ ਇਹ 7 ਭਰਾਵਾਂ ਦੀ ਭੈਣ ਸੀ, ਐਂਡ ਸ਼ੀ ਵਾਜ਼ ਹਰਸੈਲਫ ਵਾਜ਼ ਅ ਟੌਪ ਬॉय ਹੈ। ਐਨੀਵੇ ਇਹ ਮੈਨੂੰ ਮਿਲਣ ਆਈਆਂ ਹੈ, ਇਹਦੇ ਭਰਾ, ਇਹਦੇ ਫਾਦਰ, ਇਹਦਾ ਮੰਗੇਤਰ। ਅਤੇ ਫਿਰ ਜਦੋਂ ਉਹਦੇ ਬਾਅਦ ਇੰਡੀਆ ਦਾ ਪਹਿਲਾਂ ਪਾਕਿਸਤਾਨ ਦਾ ਖੁੱਲ੍ਹਾ ਸੀ, ਲਾਹੌਰ ਨਹੀਂ ਇੰਡੀਆ ਦਾ ਖੁੱਲ੍ਹਾ ਸੀ, ਫਿਰ ਲਾਹੌਰ ਦਾ ਖੁੱਲ੍ਹਾ ਸੀਗਾ। ਸੋ ਮੈਂ ਅਤੇ ਮੇਰੀ ਫਰੈਂਡ ਪ੍ਰਕਾਸ਼ ਅਸੀਂ ਦੋਵੇਂ ਗਈਆਂ ਲਾਹੌਰ ਦੇਖਣ। ਅਸੀਂ ਲਾਹੌਰ ਗਈਆਂ, ਮੇਰੀ ਨੂੰ ਮਿਲਣਾ ਸੀਗਾ। ਅਤੇ ਬਾਕੀ ਪ੍ਰਕਾਸ਼ ਦੇ ਫਾਦਰ ਸਿੱਖ ਨੈਸ਼ਨਲ ਕਾਲਜ ਦੇ ਵਿੱਚ ਪ੍ਰੋਫੈਸਰ ਸੀਗੇ, ਅਤੇ ਕਦੀ ਮੈਂ ਸਿੱਖ ਨੈਸ਼ਨਲ ਕਾਲਜ ਜ਼ਰੂਰ ਦੇਖਣ ਜਾਣਾ। ਅਸੀਂ ਗਏ ਹਾਂ। ਅਸੀਂ ਕ੍ਰਿਕਟ 'ਤੇ ਕੀ ਦੇਖਣੀ ਸੀਗੀ, ਔਰ ਸਾਰੇ ਵੀ ਜਿਹੜੇ ਪਹਿਲੇ ਵੀ ਜਿਹੜੇ ਲੋਕ ਕ੍ਰਿਕਟ ਦਾ ਤਾਂ ਬਹਾਨਾ ਸੀਗਾ। ਅਸੀਂ ਗਈਆਂ ਅਤੇ ਉਹਦੇ ਕੋਲ ਮੇਰੀ ਕੋਲ ਸਾਈਕਲ ਸੀ। ਅਸੀਂ ਕਿਹਾ ਕਿ ਸਿੱਖ ਨੈਸ਼ਨਲ ਕਾਲਜ ਜਾਣਾ। ਮੇਰੀ ਕਹਿੰਦੀ ਅੱਛਾ ਕਿਵੇਂ ਚੱਲਾਂਗੇ? ਉਹ ਕਹਿੰਦੀ ਹੈ ਦੇਖੋ ਮੇਰੇ ਕੋਲ ਤਾਂ ਆਪਣਾ ਸਾਈਕਲ ਹੈਗਾ, 2 ਸਾਈਕਲ ਆਪਾਂ ਕਿਰਾਏ 'ਤੇ ਲੈ ਲੈਂਦੇ ਹਾਂ। ਸੋ ਅਸੀਂ 2 ਲੇਡੀ ਸਾਈਕਲ ਕਿਰਾਏ 'ਤੇ ਲੈ ਲਏ ਅਤੇ ਅਸੀਂ ਤਿੰਨੋਂ ਸਾਈਕਲ 'ਤੇ ਸਿੱਖ ਨੈਸ਼ਨਲ ਕਾਲਜ ਵਿੱਚ। ਜਦੋਂ ਅਸੀਂ ਜਾ ਰਹੀਆਂ ਸੀਗਾ ਅਤੇ ਇੱਕ ਏਰੀਆ 'ਚੋਂ ਅਸੀਂ ਲੰਘ ਰਹੀਆਂ ਸੀ, ਉਹ ਸਾਨੂੰ ਬਿਲਕੁਲ ਨਹੀਂ ਪਤਾ ਕਿ ਅਸੀਂ ਸਿਰ ਢੱਕੇ ਹੋਏ ਸੀਗੇ, ਹੋਰ ਕੁਛ ਨਹੀਂ ਸੀਗੇ। ਸਾਡੇ ਸੱਚ ਬੱਚਿਆਂ ਨੇ ਜਾਂ ਕੜੇ ਦੇਖ ਕੇ ਜਾਂ ਸਾਡਾ ਸਟਾਈਲ ਸਿਰ ਦੇ ਉੱਤੇ ਚੁੰਨੀ ਲੈਣ ਦਾ ਦੇਖ ਕੇ ਅਸੀਂ ਜਦੋਂ ਕਹਿੰਦੇ ਬੱਚੇ ਕਹਿੰਦੇ ਉਹ ਸਿੱਖਣੀਆਂ ਜਾਂਦੀਆਂ। ਸੋ
ਸੋ ਵੀ ਹੈਡ ਸ਼ਾਮ ਨੂੰ ਫਿਰ ਅਸੀਂ ਵਾਪਸ ਆ ਗਏ। ਅਤੇ ਜਦੋਂ ਮੇਰੀ ਸਾਡੇ ਵੱਲ ਆਈ ਨਾ, ਤੇ ਮੇਰੀ ਕਹਿੰਦੀ ਮੈਂ ਦੇਖਿਆ ਉਹਨੇ ਸਾਡੇ ਕੱਪ, ਕਹਿੰਦੀ ਹੈ ਤੁਹਾਡੇ ਕੋਲ ਹਰੇਕ ਸੂਟ ਦੇ ਨਾਲ ਮੈਚਿੰਗ ਦੁਪੱਟਾ ਹੈਗਾ। ਅਸੀਂ ਕਿਹਾ ਕਿਉਂ? ਕਿਉਂਕਿ ਪਾਕਿਸਤਾਨ ਦੇ ਵਿੱਚ ਕਾਫੀ ਪ੍ਰੋਬਲਮਸ ਈਵਨ ਅਪ ਟੂ ਟੂਡੇ ਹਾਲਤ ਸਾਡੇ ਨਾਲੋਂ ਹੇਠਾਂ ਉੱਪਰ ਨਹੀਂ ਹੈ। ਕਹਿੰਦੀ ਆ ਕਿ ਅਸੀਂ ਤਾਂ ਮਸਾਂ ਇੱਕ ਦੋ ਦੁਪੱਟੇ ਨਾਲ ਹੀ ਗੁਜ਼ਾਰਾ ਕਰਦੇ ਹਾਂ। ਫਿਰ ਜਦੋਂ ਅਸੀਂ ਗਏ ਇੱਕ ਦਿਨ ਦੀ, ਅਤੇ ਉਹ ਕਸਟਮਸ ਤੇ ਕਲੀਅਰ, ਅਤੇ ਅਸੀਂ ਮੇਰੀ ਦੇ ਲਈ ਮੈਂ, ਅਤੇ ਇੱਕ ਉਹ ਕਹਿੰਦੀ ਹੈ ਕਿ ਵੀ ਮਿਸ ਅੰਬ, ਅਤੇ ਉਹ ਮੌਸਮ ਸੀਗਾ, ਸੋ ਉਹਦੇ ਲਈ ਮੇਰੀ ਦੇ ਲਈ ਅਸੀਂ ਅੰਬ ਲੈ ਕੇ ਗਏ। ਅਤੇ ਮੈਂ ਉਹ ਆਪਣਾ ਛੋਟਾ ਜਿਹਾ ਸੂਟਕੇਸ ਸੀ, ਉਹਦੇ 'ਚ ਇੱਕ ਸੂਟਕੇਸ ਜੀ ਅਸੀਂ ਐਜ਼ ਅ ਚੇਂਜ ਕੇ, ਅਤੇ ਇੱਕ ਦੁਪੱਟਾ ਤਾਂ ਕਿ ਮੈਂ ਮੇਰੀ ਨੂੰ ਦੁਪੱਟਾ ਦੇ ਆਵਾਂ। ਸੋ ਦੀਜ਼ ਵਰ, ਹੁਣ ਅਸੀਂ ਗਏ ਸੀਗੇ ਪਾਕਿਸਤਾਨ 2018 'ਚ। ਫਿਰ ਸਾਨੂੰ ਜਿਹੜਾ ਦੇਖ ਕੇ ਮਹਿਸੂਸ ਹੋਇਆ ਸੀਗਾ, ਉਹ ਇਹ ਹੀ ਹੋਇਆ ਸੀਗਾ ਕਿ ਅਨਫੋਰਚੂਨੇਟਲੀ ਡਿਵੈਲਪਮੈਂਟ ਸਾਡੇ 'ਚ ਨਹੀਂ ਹੈ। ਮੈਂ 1980 'ਚ ਮੈਂ ਕਰਾਚੀ ਗਈ ਸੀ, ਅਤੇ ਕਰਾਚੀ ਮੇਰਾ ਪਲੇਨ ਬਹੁਤ ਅਰਲੀ ਲੈਂਡ ਕਰ ਗਿਆ। ਉੱਥੇ ਮੈਨੂੰ ਟੈਕਸੀ ਡਰਾਈਵਰ ਦੀ ਮੰਗ, ਜਦੋਂ ਟੈਕਸੀ ਡਰਾਈਵਰ ਨੂੰ ਪਤਾ ਲੱਗਾ ਕਿ ਮੈਂ ਇੰਡੀਆ ਤੋਂ ਹਾਂ, ਉਹ ਹੈਗਾ ਸੀਗਾ ਪਠਾਨ, ਕਹਿੰਦਾ आप हिंदुस्तान वापस जाएंगे ना तो मेरा एक काम करना। मैंने कहा क्या? कहता मैं तो पढ़ा हुआ नहीं, आप इंदिरा गांधी को मेरी तरफ से चिट्ठी लिख देना। मैंने कहा क्या लिखना है? कहता उसे कहिए जिया और ये आपस में लड़ना बंद करें, हम लोगों को मिलने दें। आई मीन दिस इज़ द जनरल पब्लिक फीलिंग। तो मैं जो अपने होटल च मैं 5वें 6वें फ्लोर ते सी, तो मेन रोड नाल लंघदी सी। मैं उत्थे उस वेले ना सौन का टाइम सी ना कुछ, तो मैं आई स्टार्टिड वॉचिंग द रोड। उत्थे कारां लंघ रही ने, और हर एक कार का अपना अपना मॉडल, क्योंकि दे वर ऑल इंपोर्टेड कार्स। तो आई फील वेरी प्राउड उदों अपने इत्थे चार किस्मां दियां कारां, हुण तो कई किस्मां हो गई उदों, फिएट, एंबेसडर, स्टैंडर्ड, ये अपनियां। मैं एक बार श्रीलंका गई सी, उत्थे मैनू अपनियां बसां, मतलब दी स्कूल बसिस, इंडियन बसिस सी, वो भी देख के वन फील्स प्राउड कि साडियां बसां इत्थे चलदियां ने। सो वो लॉट नीड्स टू बी डन इन आवर कंट्री। पर जदों तुसीं देखो कि दूजियां दे नाल जे उन्हां दे नाल बराबर हुंदे, तो दे कुड हैव आल्सो डिवेलप्ड। क्योंकि अजे भी असीं 2018 तक सड़कों का बुरा हाल सीगा। असी कीरतपुर साहब तक गए सीगे, उन्होंने अजे तैयारी हो रही सी सारी बनाने की, जो कुछ हुण उत्थे बनया है उसकी तैयारी हो रही सी। राहां दे विच सड़कों ते किते दरखत नहीं, सिंगल लेन ही सड़कां ने, जिस दूजे पासे जो तुहानूं पास देना पैंदा है आराम नाल। ईवन इन लाहौर सड़कां बड़ियां सोहणियां सी। लाहौर नूं देख के ये महसूस जरूर होया कि जिहड़ा पहलां लोकी कहंदे सी कि जिन्हें लाहौर नहीं देखिया जम्मिया नहीं, दैट्स वेरी राइट फॉर दोज टाइम्स, और हुण भी। बट जिहड़ा डिवेलपमेंट है ना, जिवें साडीआं सड़कां दे उत्ते कारां चलदियां ने, उदां उत्थे मोटर बाइक छोटे वड्डे नहीं, साडे 3 बुलेट वर्गे नहीं, छोटे मोटरसाइकिल। कपड़े भी लोकां दे ऑलमोस्ट सेम टाइप। साढ़े तो वेरीएशन बहुत है ना, साढ़ा एक वेरीएशन जो टू मच गैप बिटवीन द रिच एंड द पोर है, दैट इज़ नॉट टू बी प्राउड ऑफ। बट वेरीएशन हैगा कि तुसी देखो लोग इको जे नहीं है, उत्थे यू फाइंड एवरीथिंग। औरतां जे ना उत्थे बाहर देखते हो, ना उन्होंने गड्डियां चलाते देखते हो, ना उन्होंने मोटरसाइकिल। अपने तो इत्थे पिंडां विच भी किन्नियां सालों तो कुड़ियां अपनियां स्कूटियां चलांदियां ने, ये उत्थे अजे नहीं हैगा। देखो जिहड़ी गल हैगी आ कि ये जो पार्टीशन दे वेले होया, जिन्हां ने उन्होंने भुगतिया उस वेले, वो उसनूं भुल नहीं सकते, क्योंकि वो इन्ने गहरे ਉਹਦੇ निशान ने, इन्नी गहरियां फीलिंग्स ने कि तुसी
ਜੋ ਕੁਝ ਤੁਸੀਂ ਕਈ ਧਿਆਨ ਨੇ ਤੇ ਆਪ ਗੁਜ਼ਰੇ ਥਰੂ, ਕਈਆਂ ਨੇ ਸੁਣਿਆ, ਕਈਆਂ ਦੇ ਰਿਸ਼ਤੇਦਾਰ। ਅਸੀਂ ਤੇ ਫੋਰਚੂਨੇਟ ਸੀਗੇ ਕਿ ਸਾਡੇ ਰਿਸ਼ਤੇਦਾਰ ਛੋਟੇ ਭੂਆ ਜੀ ਵੀ ਤੁਰ ਕੇ ਗੁਜਰਾਂਵਾਲਾ ਡਿਸਟ੍ਰਿਕਟ ਤੋਂ ਤੇ ਉਹ ਆਏ ਤੇ ਲੱਕਲੀ ਉਹ ਆਪਣਾ ਗਹਿਣਾ ਗੁਣਾ ਨਾਲ ਲੈ ਸਕੇ। ਹੋਰ ਸਮਾਨ ਹੋਰ ਕਿੰਨਾ ਕੁ ਲਿਆ ਸਕਦੇ ਸੀਗੇ। ਤੇ ਸਾਡੇ ਕਿਸੇ ਨੂੰ ਫਿਜ਼ੀਕਲ ਲਾਸ ਨਹੀਂ ਹੋਇਆ, ਕਿਸੇ ਦੀ ਬੇਇੱਜ਼ਤੀ ਵਗੈਰਾ ਨਹੀਂ ਹੋਈ। ਪਰ ਘਰ ਤੇ ਜਿਹੜੇ ਬਸਦੇ ਘਰ ਸੀ, ਪਿੰਡਾਂ ਦੇ ਘਰ ਸੀ, ਉਹ ਪਿੰਡਾਂ ਦੇ ਮਾਲਕ ਸੀ, ਉਹ ਇੱਥੇ ਆ ਕੇ ਥੋੜ੍ਹੀਆਂ ਜ਼ਮੀਨਾਂ 'ਤੇ, ਔਰ ਫਿਰ ਤੁਹਾਨੂੰ ਪਤਾ 2-2 ਸਾਲ ਲੋਕਾਂ ਨੂੰ ਲੱਗੇ ਅਲੋਟਮੈਂਟਸ ਹੋਣ ਦੇ ਵਿੱਚ। ਸੋ ਇਹ ਜਿਹੜੇ ਜ਼ਖਮ ਨੇ, ਜਿਵੇਂ ਆਪਾਂ ਲਿਟਰੇਚਰ 'ਚ ਵੀ ਪੜ੍ਹਦੇ ਹਾਂ, ਕਹਾਣੀਆਂ ਵੀ ਨਿਕਲਦੀਆਂ ਨੇ ਕਿ ਜਿਨ੍ਹਾਂ ਨੇ ਪਾਕਿਸਤਾਨ, ਇਹੋ ਹਾਲ ਉੱਧਰ ਹੈ ਕਿ ਬਈ ਉਹ ਵੀ ਜਿਹੜੇ ਮੇਨ ਲੋਕ ਨੇ ਉਹ ਵੀ ਚਾਹੁੰਦੇ ਨੇ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਐਟਲੀਸਟ ਪੰਜਾਬ ਇੱਕ ਹੋ ਜਾਵੇ। ਇਟਸ ਇੰਪੋਸੀਬਲ ਨਾ ਹੋ, ਪਰ ਜੇ ਸਾਡਾ ਤੋਰਾ ਫੇਰਾ ਹੋ ਜਾਵੇ, ਅਸੀਂ ਲੋਕ ਉੱਧਰ ਵੀ ਤਰਸਦੇ ਨੇ ਆਪਣੀਆਂ ਜੱਦੀ ਘਰਾਂ ਨੂੰ, ਪਿੰਡਾਂ ਨੂੰ ਦੇਖਣ ਦੀ, ਇੱਧਰ ਦੇ ਲੋਕ ਵੀ ਉਸੇ ਚੀਜ਼ ਨੂੰ ਤਰਸਦੇ ਨੇ। ਅਤੇ ਇਹ ਜੋ ਕੁਛ ਹੋਇਆ ਉਹਨੂੰ ਤਾਂ ਆਪਾਂ ਹੁਣ ਟਾਲ ਨਹੀਂ ਸਕਦੇ, ਪਰ ਕੰਟੀਨਿਊਸਲੀ ਜਿਹੜੀ ਹੈਗੀ ਆ ਕਿ ਦੋ ਨੇੜੇ ਦੇ ਤੁਸੀਂ ਐਜ਼ ਟੂਰਿਸਟ ਔਰ ਐਜ਼ ਐਨੀਥਿੰਗ ਕਿਸੇ ਕੰਟਰੀ 'ਚ ਚਲੇ ਜਾਓ, ਤੁਹਾਨੂੰ ਕੋਈ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਕਿੱਥੇ ਜਾ ਰਹੇ ਹੋ। ਨਾਈਦਰ ਐਨੀਬਡੀ ਕੁਐਸਚਨਸ ਯੂ ਨੋਰ ਇਜ਼ ਅ ਪ੍ਰੋਬਲਮ ਫॉर ਯੂ। ਤੁਸੀਂ ਇੱਥੇ ਹੈ ਕਿ ਜੇ ਤੁਸੀਂ ਪਾਕਿਸਤਾਨ 'ਚ ਜਾਓ ਵੀ ਤਾਂ ਤੁਸੀਂ ਇੰਡੀਪੈਂਡੈਂਟਲੀ, ਔਰ ਉਹਨਾਂ ਦਾ ਵੀ ਇਹੀ ਹਾਲ ਹੈ। ਕੰਡੀਸ਼ਨਸ ਇੰਨੀਆਂ ਰਿਸਟ੍ਰਿਕਟਿਡ ਹੈਗੀਆਂ ਨੇ ਕਿ ਨਾ ਉੱਧਰਲੇ ਇੱਧਰ ਆ ਸਕਦੇ ਨੇ, ਨਾ ਇੱਧਰਲੇ ਉੱਧਰ ਜਾ ਸਕਦੇ ਨੇ, ਜਿੰਨਾ ਚਿਰ ਤੁਹਾਡੀ ਫੈਮਿਲੀ ਰਿਲੇਸ਼ਨਸ਼ਿਪ ਨਾ ਹੋਵੇ ਜਾਂ ਮੈਰਿਜ ਦੇ ਉੱਤੇ ਜਾਂ ਕੋਈ ਕਾਨਫਰੰਸ ਵਗੈਰਾ। ਮੈਨੂੰ ਪਤਾ ਨਹੀਂ ਸੀ ਜਦੋਂ ਲਾਸਟ ਵਿਜ਼ਿਟ ਦੇ ਵਿੱਚ 18 'ਚ ਲਾਹੌਰ ਗਈ, ਆਈ ਮੈਟ ਸਮਬਡੀ ਹੂ ਇਜ਼ ਅ ਵਕੀਲ, ਪੰਨੂ ਵਕੀਲ ਹੈ। ਅਤੇ ਉਹ ਕਿਉਂਕਿ ਪੰਨੂ ਹੋਣ ਦੇ ਨਾਤੇ ਉਹਨਾਂ ਨੇ ਸਾਨੂੰ ਸੱਦਿਆ, ਅਤੇ ਉਹਨਾਂ ਨੂੰ ਮੈਂ ਸੋਚਿਆ ਕਿ ਪਾਕਿਸਤਾਨ ਦੇ ਉਹਨਾਂ ਦਿਨਾਂ 'ਚ ਆਏ ਹੋਣਗੇ। ਅਤੇ ਮੈਂ ਕਿਹਾ ਤੁਸੀਂ ਕਿੱਥੋਂ ਆਏ ਇੱਧਰ? ਕਹਿੰਦਾ ਨਹੀਂ ਜੀ ਅਸੀਂ ਤਾਂ 200-300 ਸਾਲ ਹੋ ਗਏ ਨੇ ਸਾਨੂੰ ਪਾਕਿਸਤਾਨ ਇੱਧਰ ਆਇਆਂ ਨੂੰ। ਮੈਂ ਕਿਹਾ ਉਹ ਕਿਸ ਤਰ੍ਹਾਂ? ਅਤੇ ਦੈਨ ਹੀ ਸੈਡ ਕਿ ਜੀ ਸਾਡੇ ਬਜ਼ੁਰਗ ਜਿਹੜੇ ਸੀ ਉਹ ਮੁਸਲਮਾਨ ਹੋ ਗਏ ਸੀ, ਅਤੇ ਉਹਨਾਂ ਨੂੰ ਫਿਰ ਪਿੰਡ ਛੱਡ ਕੇ ਆਉਣਾ ਪਿਆ। ਅਤੇ ਜਦੋਂ ਮੈਂ ਇੱਧਰ ਆ ਕੇ ਪਤਾ ਕੀਤਾ, ਹੀ ਵਾਜ਼ ਫਰੋਮ ਆਵਰ ਓਨ ਫੈਮਿਲੀ ਟਰੀ ਇਜ਼ ਦ ਸੇਮ ਹੈ। ਅਤੇ ਹੁਣ ਵੀ ਕਾਂਟ ਮੀਟ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕਿ ਜੋ ਕੁਛ ਹੋ ਗਿਆ, ਕਮ ਸੇ ਕਮ ਇੱਕ ਦੂਸਰੇ ਨੂੰ ਮਿਲਣ ਜੋਗੇ ਤੇ ਰਹੀਏ। ਔਰ ਜਦੋਂ ਇੱਕ ਦੂਜਾ ਦੇਖੋ, ਸਾਡੀ ਹਿਸਟਰੀ ਸਾਂਝੀ ਹੈ, ਬੈਕਵਰਡ ਤੇ ਹਿਸਟਰੀ ਸਾਂਝੀ ਹੈ। ਮੈਂ 1980 ਦੇ ਵਿੱਚ ਟੈਕਸਲਾ ਦਾ ਮਿਊਜ਼ੀਅਮ ਦੇਖਿਆ, ਅਤੇ ਉਹ ਜਿਹੜੀ ਗਾਈਡ ਸੀ, ਸ਼ੀ ਵਾਜ਼ ਟੇਕਿੰਗ ਆਫ ਦਾ ਓਲਡ ਹਿਸਟਰੀ ਐਜ਼ ਇਫ ਟੈਕਸਲਾ ਦੀ ਹਿਸਟਰੀ ਜਿਹੜੀ ਉਹ ਪਾਕਿਸਤਾਨ ਦੀ ਹਿਸਟਰੀ ਹੈ, ਨਾਟ ਇੰਡੀਅਨ ਇਨਵੋਲਵਡ। ਸੋ ਹਿਸਟਰੀ ਸਾਡੀ ਸਾਂਝੀ ਹੈ, ਅਸੀਂ ਹੁਣ ਕਿਵੇਂ ਮੁੱਕਰ ਸਕਦੇ ਹਾਂ? ਜੇ ਅਕਬਰ ਸਾਡਾ ਹੁਣ ਅਕਬਰ ਦੇ ਵੇਲੇ ਸਾਡਾ ਪਿੰਡ ਵੱਜਾ ਸੀ, ਐਂਡ ਇਟ ਇਜ਼ ਬਿਲੀਵਡ ਕਿ ਸਾਡੇ ਬਜ਼ੁਰਗਾਂ ਨੂੰ ਅਕਬਰ ਉਹਨਾਂ ਦੀ ਦੋਸਤੀ ਸੀ, ਐਂਡ ਅਕਬਰ ਕੇਮ ਐਂਡ ਸਪੈਂਡ ਨਾਈਟ ਇਨ ਆਵਰ ਵਿਲੇਜ, ਦੋਸਤ ਨੂੰ ਮਿਲਣ ਆਏ ਹੈ। ਅਤੇ ਹੁਣ ਕਿਸ ਤਰ੍ਹਾਂ ਅਸੀਂ ਕਹਿ ਦਈਏ ਜੀ ਵੀ ਅਕਬਰ ਮੁਸਲਮਾਨ ਸੀ ਅਤੇ ਉਹ ਹੁਣ ਉਹਦਾ ਨਾਲ ਸਾਡਾ ਕੋਈ ਲੇਖਾ ਦੇਖਾ ਨਹੀਂ ਹੈਗਾ। ਸੋ ਵੀ ਕਾਂਟ, ਬਟ ਇਟਸ ਵੈਰੀ ਅਨਰੀਜ਼ਨੇਬਲ। ਅਤੇ ਇਹ ਵੀ ਅਰਦਾਸ ਹੈ ਕਿ ਪਰਮਾਤਮਾ ਦੋਵਾਂ ਦੇਸ਼ਾਂ ਨੂੰ ਇੱਕ ਦੂਜੇ ਨਾਲ ਮਿਲਣ ਦੇਵੇ ਅਤੇ ਪੁਰਾਣੇ ਜ਼ਖਮਾਂ ਦੇ ਉੱਤੇ ਮਲਮ ਲੱਗਣ ਦਾ ਮੌਕਾ ਦੇਵੇ।